ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ। ਇਸ ਦੇ ਨਾਲ ਸੰਬੰਧਿਤ ਕੁਐਸਚਨ ਤੁਹਾਨੂੰ ਗ੍ਰੈਜੂਏਸ਼ਨ ਤੱਕ ਪੰਜਾਬੀ ਲਿਟਰੇਚਰ ਵਿੱਚ ਤੇ ਟੀਚਿੰਗ ਆਫ ਪੰਜਾਬੀ ਬੀਐਡ ਲੈਵਲ ਤੇ ਤੁਹਾਨੂੰ ਕੁਐਸਚਨ ਇਹਦੇ ਆਉਂਦੇ ਨੇ। ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਗੁਰਮੁਖੀ ਲਿਪੀ ਹੈ। ਇਹ ਹੋਰਨਾਂ ਲਿਪੀਆਂ ਵਾਂਗ ਗੰਢ ਲਿਪੀ, ਭਾਵ ਲਿਪੀ, ਸੂਤਰ ਲਿਪੀ, ਚਿੱਤਰ ਲਿਪੀ ਆਦਿ ਅਵਸਥਾ ਵਿੱਚੋਂ ਲੰਘਦੀ ਹੋਈ ਇੱਕ ਪੂਰਨ ਲਿਪੀ ਦੇ ਰੂਪ ਵਿੱਚ ਹੋਂਦ ਵਿੱਚ ਆਈ ਹੈ। ਨਵੀਆਂ ਖੋਜਾਂ ਦੱਸਦੀਆਂ ਨੇ ਕਿ ਗੁਰਮੁਖੀ ਲਿਪੀ ਬ੍ਰਹਮੀ ਲਿਪੀ ਵਿੱਚੋਂ ਨਿਕਲੀ ਹੈ ਤੇ ਪੰਜਾਬੀ ਭਾਸ਼ਾ ਵਾਂਗ ਗੁਰਮੁਖੀ ਲਿਪੀ ਵੀ ਬਹੁਤ ਪੁਰਾਣੀ ਹੈ। ਬੇਟਾ, ਹਰ ਇੱਕ ਚੀਜ਼ ਨੂੰ ਪੂਰਨ ਹੋਣ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਤੇ ਕੋਸ਼ਿਸ਼ ਲਗਾਤਾਰ ਜਾਰੀ ਰਹਿੰਦੀ ਹੈ ਤੇ ਨਿਰੰਤਰ ਵਿਕਾਸ ਦੇ ਨਾਲ ਹੀ ਉਸ ਦੀ ਸੰਪੂਰਨ ਹੋਂਦ ਹੈ ਜਿਹੜੀ ਉਹ ਬਣਦੀ ਹੈ। ਇਸੇ ਤਰ੍ਹਾਂ ਹਰ ਲਿਪੀ ਦੀ ਤਰ੍ਹਾਂ ਗੁਰਮੁਖੀ ਲਿਪੀ ਦਾ ਵਿਕਾਸ ਵੀ ਕਾਫੀ ਨਿਰੰਤਰ ਖੋਜਾਂ ਦੇ ਅਨੁਸਾਰ ਹੀ ਹੋਇਆ। ਤੇ ਜਿਵੇਂ ਕਿ ਕਹਿੰਦੇ ਵੀ ਕਈ ਆਵਾਜ਼ਾਂ ਜਿਨ੍ਹਾਂ ਨੂੰ ਪ੍ਰਗਟਾਉਣ ਦੇ ਲਈ ਕੋਈ ਚਿੰਨ੍ਹ ਨਹੀਂ ਸੀ, ਪਰ ਆਵਾਜ਼ਾਂ ਵੱਖਰੀਆਂ ਸਨ। ਜਿਵੇਂ ਕਿ ਘੱਗਾ ਚਿੰਨ੍ਹ ਨੂੰ ਅਸੀਂ ਘੋੜਾ, ਸੰਘਾੜਾ, ਸੰਘ ਵੱਖਰੀਆਂ ਆਵਾਜ਼ਾਂ ਨੇ, ਪਰ ਇੱਕੋ ਹੀ ਚਿੰਨ੍ਹ ਦੇ ਨਾਲ ਅਸੀਂ ਅੰਕਿਤ ਕੀਤਾ ਹੈ। ਸੋ ਐਲਵਰਨੀ ਦੀਆਂ ਲਿਪੀਆਂ ਬਾਰੇ ਜਾਣਕਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ 11 ਪ੍ਰਚਲਿਤ ਲਿਪੀਆਂ ਵਿੱਚੋਂ ਇੱਕ ਲਿਪੀ ਅਰਧਨਾਗਰੀ ਜੋ ਕਿ ਨਾਗਰ ਲਿਪੀ ਦੇ ਮੇਲ ਤੋਂ ਬਣੀ ਸੀ, ਤੇ ਇੱਕ ਭੱਟੀ ਪ੍ਰਾਚੀਨ ਭਾਰਤ ਵਿੱਚ ਸ਼ਾਰਦਾ, ਟਾਕਰੀ ਤੇ ਲੰਡੇ ਲਿਪੀਆਂ ਆਦਿ ਵੀ ਪ੍ਰਚਲਿਤ ਸਨ। ਲੰਡੇ ਵਪਾਰੀਆਂ ਤੇ ਬਹੀ ਖਾਤੇ ਦੀ ਵਰਤੋਂ ਵਿੱਚ ਆਉਣ ਵਾਲੀ ਲਿਪੀ ਸੀ। ਸ਼ਾਰਦਾ, ਟਾਕਰੀ ਤੇ ਗੁਰਮੁਖੀ ਲਿਪੀਆਂ ਵਿੱਚ ਕਾਫੀ ਸਮਾਨਤਾ ਹੈ ਕਿਉਂਕਿ ਤਿੰਨੋਂ ਹੀ ਬ੍ਰਹਮੀ ਲਿਪੀ ਤੋਂ ਨਿਕਲਦੀਆਂ ਨੇ। ਗੁਰਮੁਖੀ ਦੇ 15 ਅੱਖਰ ਟਾਕਰੀ ਦੇ ਨਾਲ ਤੇ 7 ਅੱਖਰ ਸ਼ਾਰਦਾ ਦੇ ਨਾਲ ਬਿਲਕੁਲ ਮਿਲਦੇ ਨੇ ਤੇ ਲਗਾ ਮਾਤਰਾ ਵੀ ਉਹਨਾਂ ਦੀਆਂ ਆਪਸ ਵਿੱਚ ਹੀ ਮਿਲਦੀਆਂ ਨੇ। ਸਮੇਂ ਦੇ ਬੀਤਣ ਦੇ ਨਾਲ ਸਥਾਨਕ ਲੋੜਾਂ ਦੇ ਅਨੁਸਾਰ ਪਰਿਵਰਤਨ ਹੁੰਦਾ ਗਿਆ। ਸ਼ਾਰਦਾ ਤੇ ਟਾਕਰੀ ਤਾਂ ਬਿਲਕੁਲ ਅਲੋਪ ਹੀ ਹੋ ਗਈਆਂ, ਪਰ ਗੁਰਮੁਖੀ ਲਿਪੀ ਆਧੁਨਿਕ ਪੰਜਾਬੀ ਲਿਖਣ ਦੇ ਲਈ ਵਰਤੀ ਜਾਣ ਲੱਗੀ। ਗੁਰਮੁਖੀ ਦਾ ਨਿਕਾਸ ਤੇ ਵਿਕਾਸ ਕਿੱਦਾਂ ਹੋਇਆ, ਇਹਦੇ ਬਾਰੇ ਵੱਖ-ਵੱਖ ਰਾਵਾਂ ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਕਿ ਪਹਿਲੀ ਮੱਤ ਦੇ ਅਨੁਸਾਰ ਕਿ ਗੁਰਮੁਖੀ ਦੀ ਜਿਹੜੀ ਰਚਨਾ ਹੈ ਉਹ ਅੱਖਰਾਂ ਦੀ ਗੁਰੂ ਨਾਨਕ ਦੇਵ ਜੀ ਨੇ ਕੀਤੀ, ਤੇ ਇੱਕ ਹੋਰ ਮੱਤ ਦੇ ਅਨੁਸਾਰ ਕਿ ਗੁਰੂ ਅੰਗਦ ਦੇਵ ਜੀ ਨੇ ਕੀਤੀ, ਤੇ ਤੀਸਰੇ ਮੱਤ ਦੇ ਅਨੁਸਾਰ ਇਹਦੀ ਰਚਨਾ ਬਾਬਾ ਸ਼੍ਰੀ ਚੰਦ ਜੀ ਨੂੰ ਕੀਤੀ ਮੰਨਦੇ ਨੇ। ਪਰ ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਨੇ ਇਹ ਰੱਦ ਹੋ ਜਾਂਦੀਆਂ ਨੇ ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਬਾਣੀ ਪੱਟੀ ਨੂੰ ਦੇਖਦੇ ਹਾਂ। ਇਸ ਵਿੱਚ ਗੁਰਮੁਖੀ ਲਿਪੀ ਦੇ ਸਾਰੇ ਅੱਖਰ ਤੇ ਉਹਨਾਂ ਦੇ ਉਚਾਰਨ ਵੀ ਦਿੱਤੇ ਹੋਏ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਆਮ ਲੋਕਾਂ ਵਿੱਚ ਪ੍ਰਚਲਿਤ ਅੱਖਰਾਂ ਤੇ ਉਹਨਾਂ ਦੇ ਕ੍ਰਮ ਨੂੰ ਲੈ ਕੇ ਬਾਣੀ ਰਚੀ ਸੀ। ਸੋ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ ਅੱਖਰਾਂ ਦੀ ਬਣਤਰ ਨੂੰ ਸੁੰਦਰ ਰੂਪ ਦੇਣ ਤੇ ਲਗਾ ਮਾਤਰਾ ਦੀ ਸਯੋਗ ਵਰਤੋਂ ਕਰਨ ਤੇ ਵਿਆਕਰਨਬੱਧ ਬਹੁਤ ਮਹਾਨ ਕੰਮ ਕੀਤਾ ਹੈ। ਇਸ ਵਿੱਚ ਉਹ ਗਿਆਨ ਸੀ ਜਿਸ ਨੂੰ ਗੁਰਮੁਖ ਵਰਤਦੇ ਸਨ, ਇਸ ਲਈ ਇਹਦਾ ਨਾਂ ਗੁਰਮੁਖੀ ਵਰਣਮਾਲਾ ਇਹਨੂੰ ਕਿਹਾ ਜਾਂਦਾ ਹੈ। ਇਸ ਪਿੱਛੋਂ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਜੀ ਨੇ ਵੀ ਇਸ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ। ਇਹਦੇ ਵਿੱਚ ਫਾਰਸੀ ਦੇ ਤੇ ਅੰਗਰੇਜ਼ੀ ਦੇ ਪ੍ਰਭਾਵ ਅਧੀਨ 5 ਨਵੀਆਂ ਧੁਨੀਆਂ ਸੱਸੇ ਪੈਰ ਬਿੰਦੀ ਤੋਂ ਲੈ ਕੇ ਫੱਫੇ ਪੈਰ ਬਿੰਦੀ ਤੱਕ 5 ਨਵੇਂ ਅੱਖਰ ਹੋਰ ਬਣਾ ਦਿੱਤੇ ਗਏ, ਤੇ ਪੰਜਾਬ ਦੀ ਵੰਡ ਤੋਂ ਬਾਅਦ ਇੱਕ ਤਾਲਵੀ ਆਵਾਜ਼ ਦੇ ਲਈ ਲੱਲੇ ਪੈਰ ਬਿੰਦੀ ਲਿਖਣ ਦਾ ਰਿਵਾਜ਼ ਵੀ ਪੈ ਗਿਆ, ਤੇ ਹੁਣ ਗੁਰਮੁਖੀ ਵਰਣਮਾਲਾ ਦੇ ਵਿੱਚ 35 ਤੋਂ 41 ਅੱਖਰ ਹੋ ਗਏ ਨੇ। ਆਧੁਨਿਕ ਵਰਣਮਾਲਾ ਦੇ ਵਿੱਚ 41 ਅੱਖਰ ਨੇ। ਗੁਰਮੁਖੀ ਦੀ ਪ੍ਰਾਚੀਨਤਾ ਬਾਰੇ ਜੇ ਦੇਖਿਆ ਜਾਵੇ ਤਾਂ ਇਹਦੇ ਬਾਰੇ ਵੀ ਬਹੁਤ ਸਾਰੇ ਬੇਟੇ ਭੁਲੇਖੇ ਪਾਏ ਜਾਂਦੇ ਨੇ। ਸਭ ਤੋਂ ਪਹਿਲਾਂ ਤਾਂ ਵੀ ਗੁਰਮੁਖੀ ਲਿਪੀ ਦਾ ਜਨਮ ਕਿਵੇਂ ਹੋਇਆ। ਸਭ ਤੋਂ ਪਹਿਲਾਂ ਇਸ ਦਾ ਨਾਂ ਗੁਰਮੁਖੀ ਹੋਣ ਬਾਰੇ ਬਹੁਤ ਭੁਲੇਖੇ ਸਨ। ਇਹਨਾਂ ਨੂੰ ਗੁਰੂਆਂ ਦੇ ਮੁਖ ਤੋਂ ਨਿਕਲੀ ਹੋਈ ਜਾਂ ਗੁਰੂਆਂ ਦੀ ਰਚੀ ਹੋਈ ਮੰਨ ਕੇ ਤਾਂ ਇਸ ਨੂੰ ਸਿੱਖ ਧਰਮ ਦੇ ਨਾਲ ਜੋੜ ਕੇ ਇਸ ਨੂੰ ਸਿੱਖ ਲਿਪੀ ਦਾ ਨਾਮ ਸੀ ਜਿਹੜਾ ਉਹ ਦਿੱਤਾ ਗਿਆ ਸੀਗਾ। ਭਾਈ ਕੇਸਰ ਸਿੰਘ ਜੀ ਦੇ ਮੱਤ ਅਨੁਸਾਰ ਗੁਰਮੁਖੀ ਲਿਪੀ ਬਾਬਾ ਸ਼੍ਰੀ ਚੰਦ ਨੇ ਬਣਾਈ ਸੀ। ਅਸਲ ਵਿੱਚ ਗੁਰਮੁਖੀ ਲਿਪੀ ਦਾ ਨਾਮ ਨਾ ਤਾਂ ਸਿੱਖੀ ਲਿਪੀ ਹੈ ਤੇ ਨਾ ਹੀ ਇਸ ਨੂੰ ਗੁਰੂਆਂ ਨੇ ਬਣਾਇਆ ਹੈ। ਪੰਜਾਬ ਵਿੱਚ ਪ੍ਰਚਲਿਤ ਹੋਰ ਲਿਪੀਆਂ ਦੇਵਨਾਗਰੀ, ਸ਼ਾਰਦਾ, ਟਾਕਰੀ ਆਦਿ ਵਾਂਗ ਗੁਰਮੁਖੀ ਲਿਪੀ ਦਾ ਵਿਕਾਸ ਵੀ ਬ੍ਰਹਮੀ ਲਿਪੀ ਤੋਂ ਹੀ ਹੋਇਆ। ਪ੍ਰਸਿੱਧ ਵਿਦਵਾਨ ਨਿਊਟਨ ਦੀ ਖੋਜ ਦੇ ਅਨੁਸਾਰ ਗੁਰਮੁਖੀ ਲਿਪੀ ਦੇ ਬਹੁਤ ਸਾਰੇ ਅੱਖਰ 3, 5ਵੀਂ ਤੇ 12ਵੀਂ ਸਦੀ ਪੂਰਵ ਦੀਆਂ ਸਦੀਆਂ ਵਿੱਚੋਂ ਮਿਲ ਜਾਂਦੇ ਨੇ। ਇਸ ਲਈ ਇਸ ਨੂੰ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਦੀ ਬਾਣੀ
ਬਣਾਈ ਲਿਪੀ ਕਹਿਣਾ ਨਿਰੀ ਅਗਿਆਨਤਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਾਉਣ ਵਾਲਾ ਪਾਧਾ ਵੀ ਗੁਰਮੁਖੀ ਦੇ ਅੱਖਰ ਜਾਣਦਾ ਸੀ। ਜੀ.ਵੀ. ਸਿੰਘ ਤੇ ਹੋਰ ਲਿਪੀ ਵਿਗਿਆਨਾਂ ਨੇ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਬਾਰੇ ਭੁਲੇਖੇ ਦੂਰ ਕਰਦੇ ਹੋਏ ਲਿਖਿਆ ਕਿ ਗੁਰਮੁਖੀ ਦੇ ਅੱਖਰਾਂ ਨੂੰ ਬਣਾਉਣ ਵਾਲੇ ਪੰਜਾਬੀ ਦੇ ਹਿੰਦੂ ਵਪਾਰੀ ਤੇ ਪੜ੍ਹਿਆ ਲਿਖਿਆ ਵਰਗ ਸੀ। ਗੁਰੂਆਂ ਨੇ ਇਸ ਲਿਪੀ ਨੂੰ ਧਾਰਮਿਕ ਸਾਹਿਤ ਨੂੰ ਪ੍ਰਗਟਾਉਣ ਹਿੱਤ ਉਪਯੁਕਤ ਸਮਝਿਆ, ਲੜੀਬੱਧ ਕੀਤਾ ਤੇ ਅੱਖਰਾਂ ਦੀ ਬਣਾਵਟ ਸੁਧਾਰੀ ਤੇ ਇਸ ਨੂੰ ਲੋਕਪ੍ਰਿਯ ਬਣਾ ਦਿੱਤਾ। ਸਧਾਰਨ ਲੋਕਾਂ ਦੀ ਵੀ ਵਰਤੋਂ ਕਾਰਨ ਕਰਕੇ ਇਸ ਦਾ ਨਾਂ ਗੁਰਮੁਖੀ ਲਿਪੀ ਪੈ ਗਿਆ। ਸੋ ਗੁਰਮੁਖੀ ਲਿਪੀ ਦਾ ਕਈ ਹੋਰ ਲਿਪੀਆਂ ਨਾਲ ਵੀ ਬਹੁਤ ਗੂੜਾ ਸੰਬੰਧ ਰਿਹਾ ਹੈ, ਜਿਵੇਂ ਕਿ ਸ਼ਾਰਦਾ ਤੇ ਟਾਕਰੀ। ਪੰਜਾਬ ਦੀਆਂ ਜਿਹਨਾਂ ਪੁਰਾਣੀਆਂ ਲਿਪੀਆਂ ਦਾ ਅਸੀਂ ਟਾਕਰਾ ਕਰੀਏ ਤਾਂ ਇਹਨਾਂ ਵਿੱਚ ਆਪਸ ਵਿੱਚ ਹੀ ਕਾਫੀ ਗੂੜਾ ਸੰਬੰਧ ਰਿਹਾ। ਗੁਰਮੁਖੀ ਦੇ 7 ਅੱਖਰ ਸ਼ਾਰਦਾ ਨਾਲ ਸਾਂਝੇ ਨੇ ਤੇ 12 ਅੱਖਰ ਕਾਫੀ ਹੱਦ ਤੱਕ ਮਿਲਦੇ ਨੇ। ਗੁਰਮੁਖੀ ਦੇ 15 ਅੱਖਰ ਟਾਕਰੀ ਨਾਲ ਸਾਂਝੇ ਨੇ ਤੇ 5 ਕਾਫੀ ਹੱਦ ਤੱਕ ਮਿਲਦੇ ਨੇ। ਲਗਾ ਮਾਤਰਾ ਉਹ ਵੀ ਇੱਕੋ ਜਿਹੀਆਂ ਨੇ ਤੇ ਗੁਰਮੁਖੀ ਦੇ 5 ਅੱਖਰ ਦੇਵਨਾਗਰੀ ਨਾਲ ਵੀ ਮਿਲਦੇ ਨੇ। ਸ਼ਾਰਦਾ ਤੇ ਟਾਕਰੀ ਦੇ 37 ਅੱਖਰ ਨੇ, ਪੰਜਾਬੀ ਦੇ 35 ਅੱਖਰ ਸੀ, ਦੇਵਨਾਗਰੀ ਦੇ 52 ਅੱਖਰ ਨੇ। ਸੋ ਇਹ ਕਿਹਾ ਜਾ ਸਕਦਾ ਕਿ ਗੁਰਮੁਖੀ ਲਿਪੀ ਦੇਵਨਾਗਰੀ ਤੋਂ ਨਹੀਂ ਸਗੋਂ ਬ੍ਰਹਮੀ ਲਿਪੀ ਤੋਂ ਨਿਕਲੀ ਹੈ ਤੇ ਸਮੇਂ ਦਾ ਸਫ਼ਰ ਤੈਅ ਕਰਦੀ ਹੋਈ ਗੁਰਮੁਖੀ ਲਿਪੀ ਦੇ ਨਾਂ ਨਾਲ ਵਿਕਸਿਤ ਹੋਈ ਹੈ। ਹੁਣ ਗੁਰਮੁਖੀ ਲਿਪੀ ਇੱਕ ਆਦਰਸ਼ ਲਿਪੀ ਕਿਉਂ ਕਹੀ ਜਾਂਦੀ ਹੈ ਜਾਂ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ, ਕਿਉਂ ਮਤਲਬ ਇਹ ਵਧੀਆ ਲਿਪੀ ਮੰਨੀ ਜਾਂਦੀ ਹੈ, ਆਪਾਂ ਇਸ ਬਾਰੇ ਚਰਚਾ ਕਰਾਂਗੇ। ਗੁਰਮੁਖੀ ਲਿਪੀ ਨੂੰ ਵਧੀਆ ਲਿਪੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇੱਕ ਤਾਂ ਇਹ ਪੰਜਾਬੀ ਲਿਖਣ ਦੇ ਲਈ ਆਦਰਸ਼ ਲਿਪੀ ਹੈ। ਕੋਈ ਵੀ ਅਜਿਹਾ ਬੋਲ ਨਹੀਂ ਹੈ ਜੋ ਗੁਰਮੁਖੀ ਲਿਪੀ ਦੇ ਵਿੱਚ ਨਾ ਲਿਖਿਆ ਜਾ ਸਕੇ। ਪੰਜਾਬੀ ਭਾਸ਼ਾ ਵਾਲਾ ਵਰਤਾਰਾ ਹੀ ਗੁਰਮੁਖੀ ਲਿਪੀ ਦਾ ਵਰਤਾਰਾ ਹੈ। ਹਰ ਪੰਜਾਬੀ ਭਾਸ਼ਾ ਦੀ ਹਰ ਧੁਨੀ ਦੇ ਲਈ ਗੁਰਮੁਖੀ ਵਿੱਚ ਇੱਕ ਰਾਖਵਾਂ ਅੱਖਰ ਹੈ। ਪ੍ਰਾਚੀਨ ਲਿਪੀ ਹੈ ਤੇ ਇਹਦਾ ਸਭ ਤੋਂ ਪੁਰਾਣੀ ਬ੍ਰਹਮੀ ਲਿਪੀ ਨਾਲ ਵੀ ਸੰਬੰਧ ਹੈ। ਗੁਰਮੁਖੀ ਦੇ 35 ਅੱਖਰ ਬਾਕੀ ਲਿਪੀਆਂ ਦੇ ਮੁਕਾਬਲੇ ਘੱਟ ਨੇ ਤੇ ਇਸ ਵਿੱਚ ਊੜਾੜਾ ਈੜੀ 3 ਸਵਰ ਨੇ ਤੇ ਇਹਨਾਂ ਨੂੰ ਸਵਰ ਵਾਹਕ ਵੀ ਕਿਹਾ ਜਾਂਦਾ ਹੈ। ਅੱਖਰਾਂ ਦੀ ਤਰਤੀਬ ਵਿਗਿਆਨਕ ਹੈ ਤੇ ਵਰਣਮਾਲਾ ਅੱਖਰ ਕ੍ਰਮ ਉਚਾਰਨ ਸਿਧਾਂਤ ਦੇ ਆਧਾਰ 'ਤੇ ਹੀ ਨਿਸ਼ਚਿਤ ਕੀਤੇ ਗਏ ਨੇ। ਗੁਰਮੁਖੀ ਵਿੱਚ ਕੁਝ ਅਖੰਡੀ ਧੁਨੀਆਂ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਚਿੰਨ੍ਹ ਨੇ। ਅੱਖਰਾਂ ਦੀ ਬਣਾਵਟ ਸਿੱਧੀ ਤੇ ਸਰਲ ਹੈ। ਅੱਧੇ ਅੱਖਰ ਦੀ ਵਰਤੋਂ ਉਹ ਨਹੀਂ ਹੁੰਦੀ। ਕੁਝ ਕੁ ਅੱਖਰਾਂ ਨੂੰ ਛੱਡ ਕੇ ਜਿਵੇਂ ਬੱਬਾ, ਥੱਥਾ, ਵਾਵਾ, ਅਈਆਂ, ਬਾਕੀ ਕਿਸੇ ਵੀ ਅੱਖਰ ਦੀ ਸ਼ਕਲ ਹੈ ਜਿਹੜੀ ਇੱਕ ਦੂਜੇ ਦੇ ਨਾਲ ਨਹੀਂ ਮਿਲਦੀ। ਫਾਰਸੀ ਤੇ ਰੋਮਨ ਲਿਪੀਆਂ ਵਾਂਗ ਮਹਾਂਪੁਰਾਣ ਧੁਨੀਆਂ ਨੂੰ ਪ੍ਰਗਟਾਉਣ ਦੇ ਲਈ 2-2 ਅੱਖਰਾਂ ਨੂੰ ਨਹੀਂ ਲਿਖਣਾ ਪੈਂਦਾ ਤੇ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਚੋਣ ਪੰਜਾਬੀ ਦੀਆਂ ਮੁੱਖ ਆਵਾਜ਼ਾਂ ਨੂੰ ਹੀ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਤੇ ਪੰਜਾਬੀ ਉਚਾਰਨ ਵਿੱਚ ਗੁਰਮੁਖੀ ਦਾ ਹਰ ਚਿੰਨ੍ਹ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਜਾਂਦੀ ਹੈ। ਸੋ ਗੁਰਮੁਖੀ ਲਿਪੀ ਵਿਕਾਸਸ਼ੀਲ ਵੀ ਹੈ ਬੇਟਾ ਤੇ ਪਰਿਵਰਤਨ ਦੀ ਵੀ ਗੁੰਜਾਇਸ਼ ਹੈ ਤੇ ਧੁਨੀਆਂ ਬੋਲਣ ਦੇ ਸਮਰੱਥ ਹੈ ਤੇ ਗੁਰਮੁਖੀ ਵਿੱਚ ਹਰ ਧੁਨੀ ਲਈ ਅੱਖਰ ਹੈ ਤੇ ਫਾਰਸੀ ਤੇ ਰੋਮਨ ਵਾਂਗ 2 ਜਾਂ 3 ਧੁਨੀਆਂ ਨਹੀਂ। ਗਿਆਨ ਵਿਗਿਆਨ ਦੀ ਨਵੀਨ ਸ਼ਬਦਾਵਲੀ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਵਿੱਚ ਵਾਧੇ ਘਾਟੇ ਨੂੰ ਅਪਣਾਉਣ ਦੀ ਸਮਰੱਥਾ ਵੀ ਹੈ। ਤੇ ਹੁਣ ਆਪਾਂ ਇਹ ਦੇਖਣਾ ਹੈ ਕਿ ਗੁਰਮੁਖੀ ਲਿਪੀ ਦੀ ਪੰਜਾਬੀ ਲਈ ਅਨੁਕੂਲਤਾ ਜਾਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕੀ ਇਹ ਢੁਕਵੀਂ ਲਿਪੀ ਹੈ ਜਾਂ ਯੋਗ ਲਿਪੀ ਹੈ। ਕਹਿੰਦੇ ਵੀ ਮੁਸਲਮਾਨਾਂ ਨੇ ਫਾਰਸੀ ਲਿਪੀ ਤੇ ਪਾਦਰੀਆਂ ਨੇ ਰੋਮਨ, ਹਿੰਦੂਆਂ ਨੇ ਦੇਵਨਾਗਰੀ ਦੀ ਲਿਪੀ ਵਰਤੀ ਪਰ ਪੰਜਾਬੀ ਲਈ ਗੁਰਮੁਖੀ ਲਿਪੀ ਅਨੁਕੂਲ ਹੈ। ਪੰਜਾਬੀ ਲਿਖਣ ਦੇ ਲਈ ਅੱਧਾ ਅੱਖਰ ਪਾਉਣ ਦੀ ਲੋੜ ਨਹੀਂ। ਰਾੜਾ ਧੁਨੀ ਸਿਰਫ ਗੁਰਮੁਖੀ ਲਿਪੀ ਵਿੱਚ ਹੈ, ਦੇਵਨਾਗਰੀ ਵਿੱਚ ਨਹੀਂ ਹੈ। ਦੇਵਨਾਗਰੀ ਦੇ 2 ਅੱਖਰਾਂ ਦੀ ਥਾਂ 1 ਅੱਖਰ ਦੀ ਵਰਤੋਂ ਤੇ 52 ਅੱਖਰ ਨੇ। ਜਿਵੇਂ ਉਹਦੇ ਵਿੱਚ ਦੇਵਨਾਗਰੀ ਵਿੱਚ ਸ਼ ਤੇ ਉਹ 3 ਅੱਖਰ ਪਾਉਣੇ ਪੈਂਦੇ ਨੇ ਜਦੋਂ ਕਿ ਮੀਨਿੰਗ ਇੱਕ ਨਿਕਲਦਾ, ਪਰ ਪੰਜਾਬੀ ਵਿੱਚ ਅਜਿਹਾ ਨਹੀਂ ਹੈ। ਹਰ ਧੁਨੀ ਲਈ 1 ਅੱਖਰ ਹੈ ਤੇ ਫਾਰਸੀ ਦੀ ਤਰ੍ਹਾਂ ਧੁਨੀ ਦੇ ਲਈ ਕਈ ਅੱਖਰਾਂ ਦੀ ਲੋੜ ਨਹੀਂ ਪੈਂਦੀ ਜਿਵੇਂ ਸ, ਸੀਨ, ਸੁਆਦ। ਰੋਮਨ ਲਿਪੀ ਵਿੱਚ 26 ਅੱਖਰ ਨੇ ਜਦੋਂ ਕਿ ਪੰਜਾਬੀ ਲਿਖਣ ਦੇ ਲਈ 35 ਅੱਖਰੀ ਸੀ ਤੇ ਹੁਣ ਇਹਨਾਂ ਦੀ ਜਿਹੜੀ ਵਰਣਮਾਲਾ ਦੀ ਗਿਣਤੀ ਹੈ 41 ਹੋ ਗਈ ਹੈ। ਰੋਮਨ ਲਿਪੀ ਵਿੱਚ ਸੀ ਅੱਖਰ ਦੀ ਧੁਨੀ ਕਦੇ ਸੱਸੇ ਦੀ ਆਵਾਜ਼ ਕੱਢਦੀ ਹੈ ਤੇ ਕਦੇ ਕੱਕੇ ਦੀ ਆਵਾਜ਼ ਕੱਢਦੀ ਹੈ ਤੇ ਕਦੇ ਜੱਜੇ ਦੀ ਆਵਾਜ਼ ਕੱਢਦੀ ਹੈ ਤੇ ਕਈ ਧੁਨੀਆਂ ਬੋਲਣ ਦੇ ਲਈ ਚੁੱਪ ਹੀ ਰਹਿੰਦੀਆਂ ਨੇ, ਜਦੋਂ ਕਿ ਪੰਜਾਬੀ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਜੇਕਰ ਅਸੀਂ ਵਿਗਿਆਨਕ ਦ੍ਰਿਸ਼ਟੀ ਦੇ ਕੋਣ ਤੋਂ ਦੇਖੀਏ ਤਾਂ ਗੁਰਮੁਖੀ ਲਿਪੀ ਇੱਕ ਧੁਨਿਕ ਲਿਪੀ, ਹਰ ਅੱਖਰ ਦੂਜੇ ਤੋਂ ਭਿੰਨ, ਅੱਖਰਾਂ ਦੀ ਤਰਤੀਬ, ਸਾਧਨਾ ਅਨੁਸਾਰ, ਸਥਾਨਾਂ ਦੇ ਅਨੁਸਾਰ, ਅੱਖਰ ਸੋਹਣੇ, ਸੁੰਦਰ, ਵਧੀਆ ਛਪਾਈ, ਲਿਖਣ ਵਿੱਚ ਰਵਾਨਗੀ, ਘੱਟ ਸਮਾਂ, ਉਚਾਰਨ ਸੌਖਾ, ਵਿਦੇਸ਼ੀ ਆਵਾਜ਼ਾਂ ਨੂੰ ਪ੍ਰਗਟ ਕਰਨ ਦੀ ਵੀ ਇਸ ਵਿੱਚ ਸਮਰੱਥਾ ਹੈ। ਸੋ ਅੰਤ ਵਿੱਚ ਅਸੀਂ ਇਹੀ ਕਹਾਂਗੇ ਕਿ ਪੰਜਾਬੀ ਲਿਖਣ ਦੇ ਲਈ ਗੁਰਮੁਖੀ ਦੇ ਮੁਕਾਬਲੇ
ਹੋਰ ਕੋਈ ਵੀ ਲਿਪੀ ਢੁਕਵੀਂ ਅਤੇ ਸੰਪੂਰਨ ਨਹੀਂ ਹੈ। ਇਹ ਪੰਜਾਬੀ ਦੀ ਆਪਣੀ ਲਿਪੀ ਹੈ। ਪੰਜਾਬੀ ਬੋਲੀ ਵਿੱਚ ਜੋ ਮਰਦਾਵੇ ਗੁਣ ਹਨ ਉਹਨਾਂ ਨੂੰ ਗੁਰਮੁਖੀ ਲਿਪੀ ਵਿੱਚ ਵਧੀਆ ਪ੍ਰਗਟਾਇਆ ਜਾ ਸਕਦਾ ਹੈ। ਸੋ ਗੁਰਮੁਖੀ ਲਿਪੀ ਹੀ ਪੰਜਾਬੀ ਭਾਸ਼ਾ ਦੇ ਲਈ ਰਾਖਵੀਂ ਲਿਪੀ ਹੈ।